पंजाब पुलिस सब इंस्पैक्टर ਅਤੇ पंजाब पुलिस कांस्टेबल ਦੀ ਪ੍ਰੈਪਰੇਸ਼ਨ ਕਰ ਰਹੇ ਸਟੂਡੈਂਟਸ ਲਈ ਹੁਣ ਲਾਸਟ ਦੇ ਟਾਈਮ 'ਚ ਆਪਣੀ ਪ੍ਰੈਪਰੇਸ਼ਨ ਨੂੰ ਫਾਈਨਲ ਸ਼ੇਪ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਡਾ ਇੱਕ ਸਪੈਸ਼ਲ 26 ਬੈਚ ਸਟਾਰਟ ਹੋਇਆ ਹੈ, ਜਿਸ ਬੈਚ ਦੇ ਵਿੱਚ ਤੁਹਾਨੂੰ 14 ਫੁੱਲ ਲੈਂਥ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ, 4 ਪੰਜਾਬੀ ਦੇ ਕੁਆਲੀਫਾਈਂਗ ਪੇਪਰ ਦੇ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ, ਡੇਲੀ ਪ੍ਰੈਕਟਿਸ ਦੇ ਥਰੂ 2600 ਮੋਸਟ ਇੰਪੋਰਟੈਂਟ MCQs ਕਵਰ ਕੀਤੇ ਜਾਣਗੇ ਤੇ ਹਰ ਬੁੱਧਵਾਰ ਹਰ ਸ਼ਨੀਵਾਰ ਤੇ ਇੱਕ ਹੋਰ ਦਿਨ ਵੀਕ ਦੇ ਵਿੱਚ ਤੁਹਾਡੇ ਰੈਗੂਲਰ ਡਾਊਟ ਸੈਸ਼ਨਸ ਹੋਣਗੇ, ਜਿੱਥੇ ਤੁਸੀਂ ਆਪਣੀ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਪਾ ਸਕਦੇ ਹੋ। ਇਹਨੂੰ ਜੁਆਇਨ ਕਰਨ ਲਈ ਅੱਜ ਹੀ ਸਕਰੀਨ ਤੇ ਦਿੱਤੇ ਹੋਏ ਨੰਬਰ ਨੂੰ ਕੰਟੈਕਟ ਕਰੋ ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਦੇਖੋ ETI ਤੇ ਪਟਵਾਰੀ ਦੇ ਪੇਪਰ ਦੇ ਬਾਅਦ ਨਾ ਹੁਣ ਸਾਰੇ ਸਟੂਡੈਂਟਸ ਦਾ ਧਿਆਨ ਵੀਡੀਓ ਦੇ ਪੇਪਰ, SI ਕਾਂਸਟੇਬਲ ਦੇ ਪੇਪਰ ਤੇ ਨਾਇਬ ਤਹਿਸੀਲਦਾਰ ਦੇ ਪੇਪਰ ਵੱਲ ਚਲਾ ਗਿਆ ਹੈ ਨਾ, ਵਿਚ ਇਜ਼ ਅ ਗੁੱਡ ਥਿੰਗ, ਵੈਰੀ ਗੁੱਡ ਥਿੰਗ। ਬਿਕੋਜ਼ ਦੇਖੋ ਜਿਹੜੇ ਪਾਸ ਦੇ ਵਿੱਚ ਪੇਪਰ ਹੋ ਗਏ ਉਹਨਾਂ ਵੱਲ ਧਿਆਨ ਕਰਕੇ ਤੁਸੀਂ ਕੁਝ ਨਹੀਂ ਖੱਟ ਸਕਦੇ। ਇਹ ਜਿਹੜੇ ਆਉਣ ਵਾਲੇ ਪੇਪਰ ਹੈ ਉਹਨਾਂ ਦੇ ਉੱਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਨਾ। ਤਾਂ ਇਸੇ ਕਰਕੇ ਇਟਸ ਅ ਵੈਰੀ ਗੁੱਡ ਥਿੰਗ ਦੈਟ ਸਟੂਡੈਂਟਸ ਆਰ ਫੋਕਸਿੰਗ ਔਨ ਵੀਡੀਓ, SI ਕਾਂਸਟੇਬਲ ਐਂਡ ਨਾਇਬ ਤਹਿਸੀਲਦਾਰ ਤਾਂ ਖਾਸ ਕਰ ਨਾ, ਬਿਕੋਜ਼ ਸਟੂਡੈਂਟਸ ਦਾ ਧਿਆਨ ਇਹਨਾਂ ਪੇਪਰਾਂ ਵੱਲ ਹੋ ਚੁੱਕਿਆ ਹੈ ਤੇ ਉਹਨਾਂ ਦੇ ਸਵਾਲ ਵੀ ਕਾਫੀ ਆ ਰਹੇ ਨੇ ਸਾਨੂੰ, ਹੈ ਨਾ। ਵੀਡੀਓ ਦੇ ਸੰਬੰਧਿਤ ਵੀ ਸਵਾਲ ਆ ਰਹੇ ਨੇ, ਨਾਇਬ ਤਹਿਸੀਲਦਾਰ ਦੇ ਸੰਬੰਧਿਤ ਵੀ ਸਵਾਲ ਆ ਰਹੇ ਨੇ, SI ਕਾਂਸਟੇਬਲ ਦਾ ਤਾਂ ਚਲੋ ਚੱਲ ਹੀ ਰਿਹਾ ਸੀ, ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰਤਾ ਹੈ। ਦੇਖੋ ਨਾਇਬ ਤਹਿਸੀਲਦਾਰ ਦੇ ਜਿਹੜੇ ਸਟੂਡੈਂਟਸ ਨੇ ਜਿਹੜੇ ਕਹਿ ਰਹੇ ਹੈ ਕਿ ਸਰ ਨਾਇਬ ਤਹਿਸੀਲਦਾਰ ਦੀ ਵੀ ਇੱਕ ਸਟ੍ਰੈਟਜੀ ਬਣਾ ਦਿਓ, ਟੈਨਸ਼ਨ ਨਾ ਲਓ। ਬਹੁਤ ਸਾਰੇ ਮੈਂ ਕਮੈਂਟਸ ਵੇਖੇ ਸੀ, ਬਹੁਤ ਸਾਰੇ ਸਟੂਡੈਂਟਸ ਕਹਿ ਰਹੇ ਕਿ ਸਰ ਨਾਇਬ ਤਹਿਸੀਲਦਾਰ ਦਾ ਇੱਕ ਪ੍ਰੋਪਰ ਉਹ ਸਟ੍ਰੈਟੇਜਿਕ ਪਲਾਨ ਦੱਸ ਦਿਓ। ਕੱਲ ਤੁਹਾਨੂੰ ਮੈਂ ਇੱਕ ਪ੍ਰੋਪਰ ਸਟ੍ਰੈਟੇਜਿਕ ਪਲਾਨ ਦੱਸਾਂਗਾ, ਤੁਸੀਂ ਪਲੀਜ਼ ਉਸ ਨੂੰ ਪ੍ਰੋਪਰਲੀ ਫੋਲੋ ਕਰਨਾ ਹੈ, ਰਿਲੀਜੀਅਸਲੀ ਫੋਲੋ ਕਰਨਾ ਹੈ। ਪਰ ਨਾਇਬ ਤਹਿਸੀਲਦਾਰ ਦੀ ਗੱਲ ਮੈਂ ਕਰਾਂਗਾ ਕੱਲ। ਅੱਜ ਜਿਸ ਪੇਪਰ ਦੀ ਮੈਂ ਗੱਲ ਕਰਨ ਆਇਆ ਉਹ ਹੈਗਾ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ, ਵੀਡੀਓ ਦਾ ਪੇਪਰ। ਕਾਫੀ ਜ਼ਿਆਦਾ ਲੋਕਾਂ ਦਾ ਧਿਆਨ ਇਸ ਵੱਲ ਹੋ ਚੁੱਕਿਆ ਹੈ ਤੇ ਦੇਖੋ ਲੋਕਾਂ ਦੇ ਸਵਾਲ ਵੀ ਆ ਰਹੇ ਨੇ ਕਾਫੀ। ਬਹੁਤ ਸਾਰੇ ਸਟੂਡੈਂਟਸ ਤਾਂ ਹੈਗੇ ਆ ਜਿਹੜੇ ਇਹ ਪੇਪਰ ਪਹਿਲਾਂ ਭਰ ਚੁੱਕੇ ਹੈ, ਇਹਦੀ ਐਪਲੀਕੇਸ਼ਨ ਆਈ ਸੀ ਪਿਛਲੇ ਸਾਲ, ਲੋਕੀ ਭਰ ਚੁੱਕੇ ਹੈ। ਜਨਵਰੀ ਦੇ ਵਿੱਚ ਪੇਪਰ ਸ਼ਡਿਊਲਡ ਸੀਗਾ, ਫਿਰ ਇਹਨਾਂ ਨੇ ਪੋਸਟਪੋਨ ਕਰਤਾ ਇੰਡੈਫੀਨਿਟਲੀ। ਤਾਂ ਦੇਖੋ ਜਿਹੜੇ ਤਿਆਰੀ ਕਰ ਚੁੱਕੇ ਹੈ ਇਸ ਪੇਪਰ ਦੀ, ਜਿਹੜੇ ਪਟਵਾਰੀ ਦੀ ਪੇਪਰ ਦੀ ਤਿਆਰੀ ਕਰ ਚੁੱਕੇ ਹੈ, ਜਿਹੜੇ ETI ਦੀ ਪੇਪਰ ਦੀ ਤਿਆਰੀ ਕਰ ਚੁੱਕੇ ਹੈ, ਮੈਂ ਮੰਨਦਾ ਕਿ ਤੁਹਾਡੀ ਵੀਡੀਓ ਦੇ ਪੇਪਰ ਦੀ ਵੀ ਤਿਆਰੀ ਹੋ ਚੁੱਕੀ ਹੈ। ਤੁਸੀਂ ਹੁਣ ਕੀ ਕਰਨਾ, ਇਸ ਪੇਪਰ ਨੂੰ ਹੋਰ ਤਿਆਰ ਕਰਨ ਲਈ, ਹੋਰ ਪ੍ਰੋਪਰ ਰਿਫਾਈਨ ਕਰਨ ਲਈ, ਪੋਲਿਸ਼ ਕਰਨ ਲਈ ਮੈਂ ਉਸ ਗੱਲ ਤੇ ਆਵਾਂਗਾ। ਪਰ ਕੁਝ ਸਵਾਲ ਅਜਿਹੇ ਵੀ ਨੇ ਜਿਹੜੇ ਕਹਿ ਰਹੇ ਹੈ ਕਿ ਸਰ ਵੀਡੀਓ ਦਾ ਪੇਪਰ ਰੀ-ਐਡਵਰਟਾਈਜ਼ ਵੀ ਹੋਣਾ ਹੈ, ਕਿਉਂਕਿ ਪਿਛਲੇ ਸਾਲ ਇਹਨਾਂ ਨੇ ਐਪਲੀਕੇਸ਼ਨ ਭਰਾਈ ਸੀ। ਸੇ ਹੁਣ ਖਬਰਾਂ ਗਰਮ ਨੇ, ਖਬਰਾਂ ਦਾ ਜਿਹੜਾ ਬਾਜ਼ਾਰ ਹੈ ਉਹ ਗਰਮ ਹੈਗਾ ਕਿ ਲੋਕੀ ਕਹਿ ਰਹੇ ਹੈ ਕਿ ਯਾਰ ਵੀਡੀਓ ਦਾ ਪੇਪਰ ਦੁਬਾਰਾ ਰੀ-ਐਡਵਰਟਾਈਜ਼ ਹੋ ਰਿਹਾ ਹੈ ਤੇ ਜਿਨ੍ਹਾਂ ਨੇ ਪੇਪਰ ਪਹਿਲਾਂ ਭਰ ਚੁੱਕੇ ਹਨ, ਜਿਹੜੇ ਐਪਲੀਕੇਸ਼ਨ ਸਬਮਿਟ ਕਰ ਚੁੱਕੇ ਹਨ, ਉਹਨਾਂ ਨੂੰ ਤਾਂ ਦੁਬਾਰਾ ਐਪਲੀਕੇਸ਼ਨ ਭਰਨ ਦੀ ਲੋੜ ਨਹੀਂ, ਪਰ ਰੀ-ਐਡਵਰਟਾਈਜ਼ ਹੋਊਗਾ ਤਾਂ ਬਾਕੀ ਸਟੂਡੈਂਟਸ ਨੂੰ ਵੀ, ਜਿਹੜੇ ਰਹਿ ਗਏ ਸੀ, ਜਿਹੜੇ ਐਪਲੀਕੇਸ਼ਨ ਫਾਰਮ ਨਹੀਂ ਭਰ ਸਕੇ, ਉਹਨਾਂ ਨੂੰ ਵੀ ਮੌਕਾ ਮਿਲ ਜਾਣਾ ਹੈ ਕਿ ਉਹ ਵੀ ਵੀਡੀਓ ਦੇ ਐਪਲੀਕੇਸ਼ਨ ਫਾਰਮ ਭਰ ਦੇਣ। ਠੀਕ ਹੈ, ਤੇ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਹੈ ਇਹੀ ਚੱਲ ਰਿਹਾ, ਕਿਉਂਕਿ ਰੂਮਰਸ ਤਾਂ ਬੜੇ ਸਟਰੋਂਗ ਰੂਮਰਸ ਨੇ। ਤੇ ਜੇ ਮੈਂ ਗੱਲ ਕਰਾਂ ਪਰਸਨਲੀ ਤੇ ਆਪਣੇ ਕੰਟੈਕਟਸ ਦੇ ਰਾਹੀਂ ਵੀ ਜਿਹੜੀ ਮੇਰੀ ਗੱਲ ਹੋਈ ਹੈ, ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਰੂਮਰਸ ਹੈਗੇ ਨਾ, ਇਹਨਾਂ ਦੇ ਵਿੱਚ ਵੇਟ ਹੈਗਾ, ਚਾਂਸਸ ਹੈਗੇ ਤੇ ਵੈਰੀ ਸਟਰੋਂਗ ਚਾਂਸਸ ਹੈਗੇ ਕਿ ਇਹ ਜਿਹੜਾ ਤੁਹਾਡਾ ਪੇਪਰ ਹੈ ਵੀਡੀਓ ਦਾ, ਇਹ ਜੂਨ ਦੇ ਵਿੱਚ ਰੀ-ਐਡਵਰਟਾਈਜ਼ ਹੋ ਰਿਹਾ ਹੈ। ਠੀਕ ਹੈ, ਜੂਨ ਦੇ ਵਿੱਚ ਇਸਨੇ ਰੀ-ਐਡਵਰਟਾਈਜ਼ ਹੋਣਾ ਹੈ, ਚਾਂਸਸ ਬਹੁਤ ਸਟਰੋਂਗ ਨੇ ਨਾ। ਮੈਕਸਿਮਮ ਸਟੂਡੈਂਟਸ ਮੈਂ ਗੈਸ ਕਰ ਰਿਹਾ ਕਿ ਮੈਕਸਿਮਮ ਸਟੂਡੈਂਟਸ ਆਲਰੇਡੀ ਫਾਰਮ ਭਰ ਚੁੱਕੇ ਹੈ ਤੇ ਬਸ ਉਹ ਤਿਆਰੀ ਕਰ ਰਹੇ ਆ। ਉਹਨਾਂ ਦੀ ਤਿਆਰੀ ਸਿਲੇਬਸ ਦੀ ਇੱਕ ਵਾਰੀ ਜਿਹੜੀ ਕਵਰੇਜ ਹੈਗੀ ਹੈ ਉਹ ਹੋ ਚੁੱਕੀ ਹੈ, ਬਸ ਹੁਣ ਉਹ ਟੈਸਟ ਸੀਰੀਜ਼, MCQ ਪ੍ਰੈਕਟਿਸ, ਰਿਵੀਜ਼ਨ ਵਗੈਰਾ ਕਰ ਰਹੇ ਆ। ਠੀਕ ਹੈ, ਪਰ ਜਿਹੜੇ ਸਟੂਡੈਂਟਸ ਹੈਗੇ ਜਿਹੜੇ ਨਹੀਂ ਭਰ ਸਕੇ ਸੀ ਇਸ ਪੇਪਰ ਨੂੰ, ਉਹਨਾਂ ਨੂੰ ਸੁਨਹਿਰਾ ਮੌਕਾ ਮਿਲ ਸਕਦਾ ਇਸ ਪੇਪਰ ਨੂੰ ਦੁਬਾਰਾ ਭਰਨ ਦਾ। ਠੀਕ ਹੈ, ਤਾਂ ਪਹਿਲਾ ਜਿਹੜਾ ਰੂਮਰ ਸੀਗਾ ਉਸ ਨੂੰ ਮੈਂ ਐਡਰੈਸ ਕਰ ਦਵਾਂ, ਜਿਹੜਾ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਸੀਗਾ ਕਿ ਇਹ ਪੇਪਰ ਰੀ-ਐਡਵਰਟਾਈਜ਼ ਹੋਣਾ ਹੈ, ਰੀਓਪਨ ਹੋਣਾ ਹੈ ਇਸ ਪੇਪਰ ਨੇ। ਬਿਲਕੁਲ ਬਹੁਤ ਜ਼ਿਆਦਾ ਸਟਰੋਂਗ ਚਾਂਸਸ ਹੈਗੇ ਹੈ। ਠੀਕ ਹੈ, ਤੇ ਮੋਸਟ ਪ੍ਰੋਬੇਬਲੀ ਜੂਨ ਦੇ ਵਿੱਚ ਇਹ ਪੇਪਰ ਰੀ-ਐਡਵਰਟਾਈਜ਼ ਹੋ ਜਾਣਾ। ਕਲੀਅਰ? ਨਾਓ ਇਹ ਪੇਪਰ ਹੋਊਗਾ ਕਿਸ ਤਰ੍ਹਾਂ ਦਾ? ਠੀਕ ਹੈ, ਇਸ ਪੇਪਰ ਦੇ ਕੀ ਮਤਲਬ, ਪੇਪਰ ਪੈਟਰਨ ਕੀ ਹੋਣਾ ਹੈ, ਇਸ ਪੇਪਰ ਦੇ ਸਿਲੇਬਸ ਕੀ ਹੋਣਾ ਹੈ? ਵੈਲ, ਇਸ ਪੇਪਰ ਦਾ ਸਿਲੇਬਸ ਤੇ ਇਸ ਪੇਪਰ ਦਾ ਜਿਹੜਾ ਪੈਟਰਨ ਹੈਗਾ ਉਹ ਉਹੀ ਰਹਿਣਾ ਹੈ ਜਿਹੜਾ ਪਿਛਲੀ ਵਾਰ ਜਦ ਇਹਨਾਂ ਨੇ ਐਡਵਰਟਾਈਜ਼ ਕੀਤਾ ਸੀ ਨਾ, ਉਹ ਜਿਹੜਾ ਪੈਟਰਨ ਦੱਸਿਆ ਸੀ ਪਿਛਲੇ ਸਾਲ, ਉਹੀ ਪੈਟਰਨ ਰਹਿਣਾ ਹੈ।
ਪੈਟਰਨ ਕੀ ਰਹਿਣਾ ਹੈ? ਦੇਖੋ ਉਹੀ ਪਟਵਾਰੀ ਦਾ ਤੇ ETI ਦਾ ਜਿਹੜਾ ਤੁਹਾਡਾ ਪੇਪਰ ਦਾ ਪੈਟਰਨ ਸੀਗਾ ਪਟਵਾਰੀ ਦਾ ਤੇ ਸਿਲੇਬਸ ਸੀਗਾ ਜਿਹੜਾ ਪਟਵਾਰੀ ਦਾ, ਜਿਹੜਾ ਤੁਹਾਡਾ ਸਿਲੇਬਸ ਤੇ ਪੈਟਰਨ ਸੀਗਾ ETI ਦਾ, ਉਹੀ ਸੇਮ ਰਹਿਣਾ ਹੈ ਮਾਈਨਸ ਕੰਪਿਊਟਰ IT as per the previous notification। ठीक है, कंप्यूटर IT हटा दो, ਤੁਹਾਡੇ ਸਿਲੇਬਸ ਮਤਲਬ ਤੁਹਾਡੇ ਲਈ ਹੋਰ ਈਜ਼ੀ ਹੋ ਗਿਆ, ਕੰਪਿਊਟਰ IT ਪੜਨ ਦੀ ਲੋੜ ਨਹੀਂ, ਕੋਈ ਸਵਾਲ ਨਹੀਂ ਆਣੇ, ਠੀਕ ਹੈ, ਬਟ ਸੇਮ ਪੈਟਰਨ ਹੈ। ਪੈਟਰਨ ਸੇਮ ਕੀ ਹੈ? 100 ਕੁਐਸਚਨ ਤੁਹਾਡੇ ਤੋਂ ਪੁੱਛਣੇ, ਠੀਕ ਹੈ, 1/4 ਨੈਗੇਟਿਵ ਮਾਰਕਿੰਗ ਹੈਗੀ ਹੈ, MCQ ਟਾਈਪ ਕੁਐਸਚਨਸ ਹੋਣੇ ਹੈ, ਤੇ ਇੱਕ ਤੁਹਾਡਾ 50 ਕੁਐਸਚਨਸ ਦਾ ਇੱਕ ਪੇਪਰ ਹੋਣਾ ਪੰਜਾਬੀ ਲੈਂਗੁਏਜ ਦਾ ਜਿਹੜਾ ਕੁਆਲੀਫਾਈਂਗ ਹੋਣਾ ਹੈ, ਠੀਕ ਹੈ, ਕੁਆਲੀਫਾਈਂਗ ਹੈਗਾ, ਤੁਸੀਂ 50% ਮਾਰਕ ਸਕੋਰ ਕਰਨੇ ਆ। ਤਾਂ ਇਸ ਦੇ ਬਾਰੇ ਤਾਂ ਅਸੀਂ ਗੱਲ ਨਹੀਂ ਕਰਦੇ, ਦੋ ਇਸ ਦੀ ਪ੍ਰੈਕਟਿਸ ਅਸੀਂ ਤੁਹਾਨੂੰ ਜ਼ਰੂਰ ਕਰਾਵਾਂਗੇ, ਬਿਕੋਜ਼ ETI ਦੇ ਪੇਪਰ ਦੇ ਵਿੱਚ ਕਾਫੀ ਕੰਪਲੇਂਟ ਸੀਗੀ ਕਿ ਯਾਰ ਕੁਆਲੀਫਾਈਂਗ ਪੇਪਰ ਕਾਫੀ ਔਖਾ ਆ ਗਿਆ, ਠੀਕ ਹੈ, ਤਾਂ ਇਸ ਨੂੰ ਲਾਈਟਲੀ ਨਹੀਂ ਲੈਣਾ, ਇਸ ਦੀ ਵੀ ਰਿਕੁਆਇਰਡ ਪ੍ਰੈਕਟਿਸ ਕਰਨੀ ਹੈ। ਪਰ ਚਲੋ ਇਸ ਦੇ ਬਾਰੇ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ, ਬਿਕੋਜ਼ ਦਿਸ ਪੇਪਰ ਇਜ਼ ਕੁਆਲੀਫਾਈਂਗ ਓਨਲੀ। ਐਕਚੁਅਲੀ ਜਿਹੜਾ ਕੰਪੀਟੀਟਿਵ ਐਗਜ਼ਾਮ ਹੈਗਾ ਉਹ ਤਾਂ ਇਹੀ ਹੈ, ठीक है, 100 क्वेश्चन हैगे 1/4 ਨੈਗੇਟਿਵ ਮਾਰਕ ਹੈਗੇ, ਮਾਰਕਿੰਗ ਹੈਗੀ, ਤੇ ਸਿਲੇਬਸ ਤੇ ਉਹਨਾਂ ਦੇ ਵਿੱਚ ਕੁਐਸਚਨਸ ਦੀ ਵੰਡ ਕਿਸ ਤਰ੍ਹਾਂ ਹੋਣੀ ਹੈ। GK ਹੈਗਾ ਹੀ ਹੈ ਇੰਪੋਰਟੈਂਟ, ਠੀਕ ਹੈ, GK 25 ਕੁਐਸਚਨਸ ਆਣਗੇ। ਤੇ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜਿਹੜੀ ਮੈਂ ਗੱਲ ETI ਦੇ ਵੀਡੀਓ ਦੇ ਵਿੱਚ ਕਹੀ ਸੀ ਨਾ ਕਿ ਇਹ ਜਿਹੜਾ ਪੇਪਰ ਹੈਗਾ GK ਦਾ ਪੋਰਸ਼ਨ ਜਿਹੜਾ ਹੈਗਾ ਉਸ ਦੇ ਵਿੱਚ ਤੁਸੀਂ ਹਿਸਟਰੀ ਤੇ ਪੰਜਾਬ ਹਿਸਟਰੀ ਜਾਂ ਪੰਜਾਬ GK, ठीक है, स्पोर्ट्स अवार्ड्स, ये सारियां चीज़ां बिल्कुल नहीं भुलनी। खैर इन्हां दी वेटेज हैगी है 25%। फिर मेंटल एबिलिटी, लॉजिकल रीजनिंग उसदे 25 क्वेश्चन आएंगे, ठीक है, फिर इंग्लिश दे 12 क्वेश्चन, पंजाबी दे 13 क्वेश्चन, ते क्वांट दा जिहड़ा पोर्शन हैगा उसदे 25 क्वेश्चन। तां क्वांट ते रीजनिंग वाला जिहड़ा पोर्शन है उसदी 50% वेटेज है, ठीक है, GK ਦੀ 25% वेटेज हैगी है, ਤੇ ਆਪਣਾ ਜਿਹੜਾ ਲੈਂਗੁਏजेस ਦਾ ਪੇਪਰ ਹੈ ਇੰਗਲਿਸ਼ ਪੰਜਾਬੀ ਦੋਵੇਂ 25% वेटेज हैगी है, ठीक है, ਉਹੀ ਸੇਮ ਹਿਸਾਬ ਕਿਤਾਬ ਹੈ, ਬਸ ETI ਤੇ ਪਟਵਾਰੀ ਦੇ ਵਿੱਚ ਇੱਕ ਕੰਪਿਊਟਰ IT ਦਾ ਵੀ ਪੋਰਸ਼ਨ ਸੀਗਾ, 9 ਕੁਐਸਚਨਸ ਹੁੰਦੇ ਸੀ, ਉਹ ਹੈਗੇ ਨਹੀਂ ਇਸ ਪੇਪਰ ਦੇ ਵਿੱਚ, ਠੀਕ ਹੈ ਨਾ। ਹੁਣ ਇਹ ਗੱਲ ਮੇਰੀ ਧਿਆਨ ਨਾਲ ਸੁਣੋ, ਦੇਖੋ ਪੇਪਰ ਰੀ-ਐਡਵਰਟਾਈਜ਼ ਹੋਣ ਵਾਲਾ ਹੈ, ਪੇਪਰ ਛੇਤੀ ਕੰਡਕਟ ਵੀ ਕੀਤਾ ਜਾਊਗਾ, ਛੇਤੀ ਹੀ ਪੇਪਰ ਇਸ ਦੀ ਡੇਟ ਵੀ ਆਣੀ ਹੈ, ਠੀਕ ਹੈ, ਰੀ-ਐਡਵਰਟਾਈਜ਼ ਕਰਕੇ ਫਟਾਫਟ ਇਹਨੇ ਪੇਪਰ ਕੰਡਕਟ ਕਰਾ ਲੈਣਾ। ਤਾਂ ਜਿਹੜੇ ਸਟੂਡੈਂਟਸ ਪਹਿਲਾਂ ਫਾਰਮ ਭਰ ਚੁੱਕੇ ਹਨ ਤੇ ETI ਪਟਵਾਰੀ ਦੀ ਤਿਆਰੀ ਕਰ ਚੁੱਕੇ ਹਨ, ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਲੋੜਿੰਦਾ ਹੋ ਜਾਂਦਾ ਹੈ ਰਿਵੀਜ਼ਨ, MCQ ਪ੍ਰੈਕਟਿਸ, ਟੈਸਟ ਸੀਰੀਜ਼, ਠੀਕ ਹੈ, ਤੇ ਉਹ ਸਟੂਡੈਂਟਸ ਜਿਹੜੇ ਇੱਕ ਵਾਰ ਸਿਲੇਬਸ ਕਵਰ ਕਰ ਚੁੱਕੇ ਹਨ, ਆਪਣੀ ਨਿਗਾਹ ਚੋਂ ਕੱਢ ਚੁੱਕੇ ਹਨ, ਠੀਕ ਹੈ, ਉਹਨਾਂ ਦੇ ਵਾਸਤੇ ਅਸੀਂ ਲੈ ਕੇ ਆਏ ਹਾਂ ਰਿਵੀਜ਼ਨ ਕੋਰਸ, ਠੀਕ ਹੈ, ਸਾਡਾ ਰਿਵੀਜ਼ਨ ਕੋਰਸ ਹੈਗਾ VDI ਰਿਵੀਜ਼ਨ ਕੋਰਸ, ਠੀਕ ਹੈ, ਤੇ ਇਸ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਟਾਈਮ ਟੇਬਲ ਦੇਣਾ ਹੈ, ਪ੍ਰੋਪਰ ਟਾਈਮ ਟੇਬਲ, ਠੀਕ ਹੈ, ਕਿ ਤੁਸੀਂ ਕਿਸ ਤਰ੍ਹਾਂ ਆਪਣੀ ਰਿਵੀਜ਼ਨ ਸ਼ਡਿਊਲ ਕਰਨੀ ਹੈ, ਤੁਸੀਂ ਕਿਸ ਪੇਪਰ ਨੂੰ ਪਹਿਲਾਂ ਰਿਵਾਈਜ਼ ਕਰਨਾ ਫਿਰ ਬਾਅਦ ਦੇ ਵਿੱਚ ਕਰਨਾ ਹੈ, ਉਹ ਪ੍ਰੋਪਰ ਅਸੀਂ ਤੁਹਾਨੂੰ ਟਾਈਮ ਟੇਬਲ ਦੇਵਾਂਗੇ, ਕਲੀਅਰ, ਠੀਕ ਹੈ। 45 ਡੇ ਸਟ੍ਰੈਟੇਜੀ ਹੈ ਪੂਰੀ, ਇਹ 45 ਡੇਜ਼ ਦੇ ਵਿੱਚ ਤੁਹਾਡੀ ਸਾਰੀ ਰਿਵੀਜ਼ਨ ਹੋ ਜਾਣੀ ਹੈ, ਠੀਕ ਹੈ। ਤਾਂ ਇੱਕ ਤਾਂ ਰਿਵੀਜ਼ਨ ਟਾਈਮ ਟੇਬਲ ਦੇ ਰਹੇ ਹਾਂ ਅਸੀਂ, ਫਿਰ ਅਸੀਂ ਐਵਰੀ ਡੇ ਰੋਜ਼ ਤੁਹਾਨੂੰ MCQs ਦੇਣਗੇ, ਠੀਕ ਹੈ, MCQs ਮਿਲਨੇ ਆ ਤੁਹਾਡੇ ਟਾਈਮ ਟੇਬਲ ਦੇ ਹਿਸਾਬ ਨਾਲ, ਕਿ ਮੰਨ ਲਓ ਤੁਸੀਂ ਅੱਜ ਦੇ ਦਿਨ ਪੋਲਿਟੀ ਰਿਵਾਈਜ਼ ਕਰ ਰਹੇ ਹੋ ਤਾਂ ਸ਼ਾਮ ਨੂੰ ਤੁਹਾਨੂੰ ਪੋਲਿਟੀ ਦੇ ਕੁਐਸਚਨਸ ਮਿਲ ਜਾਣਗੇ, ਠੀਕ ਹੈ। ਤਾਂ ਅਸੀਂ ਤੁਹਾਡੀ ਰਿਵੀਜ਼ਨ ਕਰਾ ਰਹੇ ਹਾਂ ਵਾਇਆ MCQs ਐਵਰੀ ਵੀਕ, ਇਹ 7 ਹਫ਼ਤੇ ਬਣ ਜਾਂਦੇ ਆ, ਐਵਰੀ ਵੀਕ ਤੁਹਾਡੇ ਮੌਕ ਟੈਸਟ ਕੰਡਕਟ ਕਰਾਏ ਜਾਣਗੇ, ਠੀਕ ਹੈ, ਮੌਕ ਟੈਸਟ। ਤਾਂ ਮੌਕ ਟੈਸਟ ਦਾ ਮਤਲਬ ਕੀ ਹੈ? ਫੁੱਲ ਮੌਕ, ਪੂਰੇ ਫੁੱਲ ਸਿਲੇਬਸ ਦੇ ਤੁਹਾਡੇ ਟੈਸਟ ਹੈਗੇ, ਤੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਤੇ ਮੈਂ ਹੁਣ ਵੀ ਮੇਨਟੇਨ ਕਰਦਾ ਕਿ ਦੇਖੋ ਬਿਨਾ ਮੌਕ ਟੈਸਟ ਦੇ ਤੇ ਬਿਨਾ MCQ ਪ੍ਰੈਕਟਿਸ ਦੇ ਤੁਹਾਡੀ ਤਿਆਰੀ ਮਕਬੂਲ ਨਹੀਂ ਹੁੰਦੀ, ਤੁਹਾਡੀ ਤਿਆਰੀ ਕੰਪਲੀਟ ਨਹੀਂ ਕੰਸੀਡਰ ਕੀਤੀ ਜਾਂਦੀ। ਤੁਸੀਂ ਭਾਵੇਂ ਜਿੰਨਾ ਮਰਜ਼ੀ ਪੜ੍ਹ ਲਿਓ, ਤੁਸੀਂ ਭਾਵੇਂ ਮੈਂਟਲ ਐਬਿਲਿਟੀ ਕੁਆਂਟ ਦੇ ਵਿੱਚ PhD ਕਰ ਲਿਓ, ਤੁਸੀਂ GK ਦੇ ਵਿੱਚ PhD ਕਰ ਲਿਓ, ਤੁਸੀਂ ਇੰਗਲਿਸ਼ ਪੰਜਾਬੀ ਦੇ ਵਿੱਚ PhD ਕਰ ਲਿਓ, ਫਿਰ ਵੀ ਤੁਹਾਡਾ ਪੇਪਰ ਨਹੀਂ ਨਿਕਲਣਾ। ਵਾਈ? ਬਿਕੋਜ਼ ਤੁਸੀਂ ਪੇਪਰ ਦੀ ਪ੍ਰੈਕਟਿਸ ਨਹੀਂ ਕਰੀ, ਫੁੱਲ ਮੌਕ ਟੈਸਟ ਦੀ ਪ੍ਰੈਕਟਿਸ ਨਹੀਂ ਕਰੀ ਤੇ MCQ ਦੀ ਪ੍ਰੈਕਟਿਸ ਨਹੀਂ ਕਰੀ। आर्ट ऑफ टेकिंग MCQ is a different art in itself. एक आर्ट है, नॉलेज होवे भावे या नॉलेज ना होवे, MCQ taking is an art,
ਨੌਲੇਜ ਦੇ ਨਾਲ ਜੇ ਤੁਹਾਨੂੰ ਇਹ MCQ ਟੇਕਿੰਗ ਆਰਟ ਆਂਦਾ ਹੈ ਤਾਂ ਤੁਸੀਂ ਪੇਪਰ ਕੱਢ ਜਾਓਗੇ, ਠੀਕ ਹੈ, ਨਿਕਲ ਜਾਣਾ ਤੁਹਾਡਾ ਪੇਪਰ। ਘੱਟ ਨੌਲੇਜ ਨਾਲ ਵੀ, ਲੈਸ ਨੌਲੇਜ ਨਾਲ ਵੀ ਤੁਸੀਂ ਪੇਪਰ ਕੱਢ ਸਕਦੇ ਹੋ, ਠੀਕ ਹੈ। ਤੇ ਜ਼ਿਆਦਾ ਨੌਲੇਜ, ਠੀਕ ਠਾਕ ਨੌਲੇਜ ਹੋਣ ਦੇ ਬਾਵਜੂਦ ਤੁਸੀਂ ਪੇਪਰ ਦੇ ਵਿੱਚ ਫੇਲ ਹੋ ਸਕਦੇ ਹੋ। ਡਿਪੈਂਡ ਕਰਦਾ ਤੁਸੀਂ ਕਿੰਨੇ MCQ ਪ੍ਰੈਕਟਿਸ ਕੀਤੇ ਹੈ, ਕਿੰਨੀ ਤੁਸੀਂ ਟੈਸਟ ਸੀਰੀਜ਼ ਲਾਈ ਹੈ ਜਾਂ ਕਿੰਨੇ ਟੈਸਟ ਤੁਸੀਂ ਦਿੱਤੇ ਹੈ, ਠੀਕ ਹੈ। ਤਾਂ ਇਹ ਦੋ ਚੀਜ਼ਾਂ ਦਾ ਤੁਹਾਨੂੰ ਮਿਲਣੀਆਂ, ਵੈਸੇ ਤਾਂ 3 ਹੋ ਗਈ। ਇਹ ਜਿਹੜਾ ਸਾਡਾ ਰਿਵੀਜ਼ਨ ਕੋਰਸ ਹੈਗਾ, ਇਸ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਟਾਈਮ ਟੇਬਲ ਦਵਾਂਗੇ, ਪ੍ਰੋਪਰ ਮੈਂਟਰਸ਼ਿਪ ਟਾਈਮ ਟੇਬਲ ਦੇ ਹਿਸਾਬ ਨਾਲ, ਪ੍ਰੋਪਰ ਸ਼ਡਿਊਲ ਤੇ ਡਿਸਪਲਿਨ ਦੇ ਨਾਲ ਅਸੀਂ ਤਿਆਰੀ ਕਰਾਣੀ ਹੈ। ਟਾਈਮ ਟੇਬਲ ਮਿਲਣਾ ਤੁਹਾਨੂੰ, ਉਸੇ ਟਾਈਮ ਟੇਬਲ ਦੇ ਹਿਸਾਬ ਨਾਲ ਤੁਹਾਨੂੰ MCQs ਮਿਲਨੇ ਆ ਰੋਜ਼ ਦੇ, ਠੀਕ ਹੈ। ਤੁਸੀਂ ਪ੍ਰੈਕਟਿਸ ਕਰਦੇ ਰਹਿਣੀ ਹੈ, ਕਰਦੇ ਜਾਓ। ਤੇ ਟੈਸਟ, ਫੁੱਲ ਮੌਕ ਟੈਸਟ ਤੁਹਾਨੂੰ ਮਿਲਣੀ ਹੈ, ਟੈਸਟ ਸੀਰੀਜ਼ ਵੀ ਤੁਹਾਨੂੰ ਨਾਲ ਹੀ ਮਿਲ ਰਹੀ ਹੈ ਇਸ ਤੇ, ਠੀਕ ਹੈ। ਬਾਕੀ ਦੇਖੋ, ਅਸੀਂ ਚਾਹੁੰਦੇ ਹਾਂ ਬਿਕੋਜ਼ ਅਸੀਂ ਆਨਲਾਈਨ ਮੋਡ ਦੇ ਵਿੱਚ ਤੁਹਾਨੂੰ ਕਰਾ ਰਹੇ ਹਾਂ, ਤਾਂ ਇਸ ਦੇ ਵਿੱਚ ਕਦੇ-ਕਦੇ ਆਨਲਾਈਨ ਮੋਡ ਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਸਟੂਡੈਂਟ ਤੇ ਟੀਚਰ ਦਾ ਸੰਪਰਕ ਨਹੀਂ ਬਣਦਾ, ਹੈ ਨਾ। ਤਾਂ ਉਹ ਸੰਪਰਕ ਨੂੰ ਮੇਨਟੇਨ ਕਰਨ ਲਈ, ਤਾਂ ਕਿ ਤੁਸੀਂ ਰੈਗੂਲਰ ਤੌਰ ਤੇ ਗਾਈਡੈਂਸ ਲੈਂਦੇ ਰਹੋ, ਰੈਗੂਲਰ ਤੌਰ ਤੇ ਤੁਹਾਨੂੰ ਗਾਈਡੈਂਸ ਮਿਲਦੀ ਰਹੇ ਆਪਣੇ ਟੀਚਰਸ ਦੀ, ਉਸ ਦੇ ਵਾਸਤੇ ਅਸੀਂ ਤੁਹਾਡੇ ਲਾਈਵ ਗੂਗਲ ਮੀਟ ਜਾਂ ਜ਼ੂਮ ਸੈਸ਼ਨਸ ਕਰਾਵਾਂਗੇ, ਡਾਊਟ ਸੈਸ਼ਨਸ ਕਰਾਵਾਂਗੇ। ਜਦ ਵੀ ਤੁਸੀਂ MCQs ਦੇ ਰਹੇ ਹੋ, ਰਿਵੀਜ਼ਨ ਕਰ ਰਹੇ ਹੋ, ਤੁਹਾਨੂੰ ਕੋਈ ਵੀ ਡਾਊਟ ਆਂਦਾ ਹੈ, ਕੋਈ ਵੀ ਡਾਊਟ ਜੇ ਤੁਹਾਨੂੰ ਫੀਲ ਹੁੰਦਾ ਕਿ ਯਾਰ ਇਹ ਵਾਲਾ ਪੋਰਸ਼ਨ ਮੈਨੂੰ ਸਮਝ ਨਹੀਂ ਲੱਗਿਆ ਜਾਂ ਇਹ ਆਹ ਵਾਲਾ MCQ ਮੈਨੂੰ ਸਮਝ ਨਹੀਂ ਲੱਗਿਆ, ਤੁਸੀਂ ਉਹ ਡਾਊਟ ਸੈਸ਼ਨਸ ਦੇ ਵਿੱਚ ਪੁੱਛ ਸਕਦੇ ਹੋ। ਤੇ ਬਾਕੀ ਜਿਹੜੇ ਸਟੂਡੈਂਟਸ ਡਾਊਟਸ ਪੁੱਛਣਗੇ, ਉਸ ਦੇ ਰਾਹੀਂ ਵੀ ਤੁਹਾਡੀ ਨੌਲੇਜ ਦੇ ਵਿੱਚ ਇਜ਼ਾਫਾ ਹੋਊਗਾ, ਹੈ ਨਾ। ਤਾਂ ਇਹ ਰੈਗੂਲਰ ਡਾਊਟ ਸੈਸ਼ਨਸ, ਹਫਤੇ ਦੇ ਵਿੱਚ 2 ਤੋਂ 3 ਡਾਊਟ ਸੈਸ਼ਨਸ ਤੁਹਾਡੇ ਕੰਡਕਟ ਕਰਾਏ ਜਾਣਗੇ। ਤਾਂ ਇਹ ਫੁੱਲ ਪੈਕੇਜ ਤੁਹਾਨੂੰ ਮਿਲਣਾ, ਠੀਕ ਹੈ। ਇਸੇ ਕਰਕੇ ਜਿਹੜੇ ਤਿਆਰੀ ਕਰ ਚੁੱਕੇ, ਸਿਲੇਬਸ ਇੱਕ ਵਾਰੀ ਆਪਣੀ ਨਿਗਾਹ ਚੋਂ ਕੱਢ ਚੁੱਕੇ ਹੈ, ਉਹਨਾਂ ਦੇ ਲਈ ਤਾਂ ਵੀਡੀਓ ਦਾ ਫੁੱਲ ਰਿਵੀਜ਼ਨ ਕੋਰਸ ਇਜ਼ ਵੈਰੀ ਇੰਪੋਰਟੈਂਟ। ਆਈ ਥਿੰਕ 45 ਡੇਜ਼ ਦੇ ਵਿੱਚ ਤੁਸੀਂ ਪ੍ਰੋਪਰ ਰਿਵੀਜ਼ਨ ਕਰ ਸਕਦੇ ਹੋ। ਸਬਜੈਕਟ ਵਾਈਜ਼ ਤੁਹਾਨੂੰ ਸੈਗਰੀਗੇਟਡ MCQs ਮਿਲਨੇ ਆ, ਠੀਕ ਹੈ। ਤੇ ਹਾਂ, ਇੱਕ ਹੋਰ ਗੱਲ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਨਾ ਕਿ ਦੇਖੋ ETI ਪੇਪਰ ਦੇ ਵਿੱਚ ਪੰਜਾਬੀ ਕੁਆਲੀਫਾਈਂਗ ਥੋੜਾ ਔਖਾ ਆਇਆ ਸੀ, ਕੁਆਲੀਫਾਈਂਗ ਪੇਪਰ, ਹੈ ਨਾ। ਜਿਹੜੇ ਸਟੂਡੈਂਟਸ ਲਾਈਟਲੀ ਲੈ ਗਏ ਸੀ ਇਸ ਪੇਪਰ ਨੂੰ, ਉਹਨਾਂ ਨੂੰ ਥੋੜੀ ਤਕਲੀਫ ਸਹਿਣੀ ਪਈ। ਇਸੇ ਕਰਕੇ ਅਸੀਂ ਇਸ ਪੇਪਰ ਨੂੰ ਤਾਂ ਲਾਈਟਲੀ ਲੈਣਾ ਨਹੀਂ। ਆਪਣੇ ਰਿਵੀਜ਼ਨ ਕੋਰਸ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਪ੍ਰੈਕਟਿਸ ਕਰਾਵਾਂਗੇ ਪੰਜਾਬੀ ਕੁਆਲੀਫਾਈਂਗ ਦੀ ਵੀ, ਤਾਂ ਕਿ ਤੁਸੀਂ ਪੰਜਾਬੀ ਕੁਆਲੀਫਾਈਂਗ ਦੇ ਵਿੱਚ ਨਾ ਰਹਿ ਜਾਓ, ਨਾ ਟੰਗ ਜਾਓ, ਠੀਕ ਹੈ। ਬਿਕੋਜ਼ ਬਹੁਤ ਜ਼ਿਆਦਾ ਮਤਲਬ ਡਿਸਰਿਸਪੈਕਟਫੁਲ ਹੋ ਜਾਂਦਾ ਹੈ ਕਿ ਯਾਰ ਤੁਸੀਂ ਪੇਪਰ ਤਾਂ ਕੱਢ ਗਏ, ਤੁਸੀਂ ਕੱਟ ਆਫ ਤਾਂ ਟੱਪ ਗਏ, ਪਰ ਤੁਹਾਡਾ ਕੁਆਲੀਫਾਈ ਨਹੀਂ ਹੋਇਆ ਪੰਜਾਬੀ। ਤੇ ਪੰਜਾਬੀ ਕੁਆਲੀਫਾਈ ਨਾ ਹੋਣਾ, ਇਹ ਤਾਂ ਥੋੜੀ ਸ਼ਰਮ ਵਾਲੀ ਗੱਲ ਹੈ, ਬਿਕੋਜ਼ ਤੁਸੀਂ ਪੰਜਾਬ ਨੌਕਰੀਆਂ ਦੇ ਲਈ, ਪੰਜਾਬ ਦੀ ਸਰਕਾਰੀ ਨੌਕਰੀਆਂ ਦੇ ਲਈ ਤਿਆਰੀ ਕਰ ਰਹੇ ਹੋ, ਹੈ ਨਾ। ਤੇ ਇਸੇ ਕਰਕੇ ਅਸੀਂ ਪੰਜਾਬੀ ਕੁਆਲੀਫਾਈਂਗ ਦੀ ਵੀ ਪ੍ਰੋਪਰ ਤਿਆਰੀ ਕਰਾਣੀ ਹੈ। ਇਸ ਦੇ ਵੀ ਤੁਹਾਨੂੰ ਟੈਸਟ ਮਿਲਦੇ ਜਾਣਗੇ, ਠੀਕ ਹੈ। ਰੈਗੂਲਰ ਡਾਊਟ ਸੈਸ਼ਨਸ ਹੈਗੇ ਆ, ਤੇ ਤਕਰੀਬਨ ਕੁੱਲ ਮਿਲਾ ਕੇ ਤੁਹਾਡੇ 2000 ਪਲੱਸ MCQs ਦੀ ਤਿਆਰੀ ਅਸੀਂ ਕਰਾ ਦਾਂਗੇ। ਜੇ ਤੁਸੀਂ ਇਸ ਦਿੱਤੀ ਗਈ ਸਟ੍ਰੈਟਜੀ, ਇਸ ਕੋਰਸ ਦੇ ਵਿੱਚ ਜਿਹੜੀ ਸਟ੍ਰੈਟਜੀ ਅਸੀਂ ਤੁਹਾਨੂੰ ਦੱਸਦੇ ਹਾਂ, ਜਿਹੜਾ ਪਲਾਨ ਅਸੀਂ ਤੁਹਾਨੂੰ ਦੱਸਦੇ ਹਾਂ, ਜਿਸ ਹਿਸਾਬ ਨਾਲ ਅਸੀਂ ਟੈਸਟ ਕੰਡਕਟ ਕਰਦੇ ਹਾਂ, MCQ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ, ਜੇ ਤੁਸੀਂ ਪੁਆਇੰਟ ਬਾਏ ਪੁਆਇੰਟ ਹੂ-ਬਹੂ ਉਸੇ ਹਿਸਾਬ ਨਾਲ ਤਿਆਰੀ ਕਰਦੇ ਜਾਓਗੇ, ਤਾਂ ਮੋਰ ਦੈਨ 2000 ਕੁਐਸਚਨਸ ਦੀ ਤੁਸੀਂ ਪ੍ਰੈਕਟਿਸ ਕਰ ਜਾਓਗੇ, ਠੀਕ ਹੈ। ਮੌਕ ਟੈਸਟ ਕੰਪਲੀਟ ਹੋ ਜਾਣਗੇ ਤੁਹਾਡੇ, ਸਾਰਾ ਕੁਝ ਤੁਸੀਂ ਫੁੱਲ ਰੈਡੀ ਹੋਗੇ। ਤੇ ਜਿਸ ਦਿਨ ਪੇਪਰ ਅਨਾਉਂਸ ਹੋਣਾ, ਤੁਸੀਂ ਬਸ ਜਾ ਕੇ ਪੇਪਰ ਦੇ ਦੇਣਾ, ਤੁਹਾਡੀ MCQ ਦੇਣ ਦੀ ਆਦਤ ਬਣ ਜਾਣੀ ਹੈ। ਜਿੱਦਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਨਾ ਕਿ ਜਿੱਦਾਂ ਬ੍ਰਸ਼ ਕਰਨਾ ਇੱਕ ਆਦਤ ਹੀ ਹੋ ਗਈ ਹੈ ਬੰਦੇ ਦੀ, ਉਸੇ ਹਿਸਾਬ ਨਾਲ MCQ ਦੇਣਾ ਵੀ ਆਦਤ ਹੋ ਜੂਗੀ ਤੁਹਾਡੀ। ਪੇਪਰ ਦੇ ਵਿੱਚ ਤੁਹਾਨੂੰ ਅਜੀਬ ਨਹੀਂ ਲੱਗਣਾ, ਠੀਕ ਹੈ। ਤੇ ਇਸੇ ਕਰਕੇ ਇਹ ਜਿਹੜਾ ਕੋਰਸ ਹੈਗਾ, ਦਿਸ ਇਜ਼ ਫॉर ਪੀਪਲ ਹੂ ਹੈਵ ਵਨਸ, ਐਟਲੀਸਟ ਵਨਸ ਕਵਰਡ ਦੀ ਐਂਟਾਇਰ ਸਿਲੇਬਸ। ਹਾਂ, ਜਿਹੜੇ ਸਟੂਡੈਂਟਸ ਫਸਟ ਟਾਈਮ ਇਸ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਆ, ਠੀਕ ਹੈ, ਜਿਨ੍ਹਾਂ ਨੇ ਐਪਲੀਕੇਸ਼ਨ ਫਾਰਮ ਨਹੀਂ ਭਰਿਆ ਸੀ ਪਿਛਲੇ ਸਾਲ, ਜਦ ਇਹ ਪੇਪਰ ਰੀ-ਐਡਵਰਟਾਈਜ਼ ਹੋਣਾ ਹੈ, ਰੀਓਪਨ ਹੋਣਾ ਹੈ, ਉਸ ਵੇਲੇ ਉਹ ਫਸਟ ਟਾਈਮ ਇਸ ਪੇਪਰ ਨੂੰ ਭਰਾਂਗੇ। ਜਿਹੜੇ ਉਹ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਤਾਂ ਨਵੇਂ ਸਿਰੇ ਤੋਂ ਤਿਆਰੀ ਸਟਾਰਟ ਕਰਨੀ ਹੈ, ਉਹਨਾਂ ਨੂੰ ਤਾਂ ਪੂਰਾ ਫਰਮ ਬਿਗਨਿੰਗ ਉਹਨਾਂ ਦੀ ਤਿਆਰੀ ਹੋਣੀ ਚਾਹੀਦੀ ਹੈ। ਇੱਕ ਵਾਰੀ ਉਹਨਾਂ ਦਾ ਸਿਲੇਬਸ ਤਾਂ ਪੂਰਾ ਹੋਣਾ ਚਾਹੀਦਾ ਹੈ। ਤੇ ਸੋ ਫॉर ਦੋਜ਼ ਸਟੂਡੈਂਟਸ ਜਿਹੜੇ ਸ਼ੁਰੂ ਤੋਂ ਤਿਆਰੀ ਕਰਨਾ ਚਾਹੁੰਦੇ ਆ, ਅਸੀਂ ਵੀਡੀਓ ਦਾ ਕੰਪਰੀਹੈਂਸਿਵ ਕੋਰਸ ਵੀ ਲੈ ਕੇ ਆ ਰਹੇ ਹਾਂ, ਜਿਸ ਦੇ ਵਿੱਚ ਤੁਹਾਨੂੰ ਪ੍ਰੋਪਰ ਵੀਡੀਓ ਲੈਕਚਰਸ, ਨੋਟਸ, MCQ ਪ੍ਰੈਕਟਿਸ, ਟੈਸਟ ਸਭ ਕੁਝ ਅਵੇਲੇਬਲ ਹੋ ਜਾਣਾ, ਠੀਕ ਹੈ। ਸੋ ਫॉर ਆਲ ਦ ਨਿਊ ਸਟੂਡੈਂਟਸ ਹੂ ਆਰ ਗੋਇੰਗ ਟੂ ਅਪਲਾਈ ਫॉर ਦਿਸ ਐਗਜ਼ਾਮ ਫॉर ਦ ਵੈਰੀ ਫਸਟ ਟਾਈਮ, ਜਦ ਇਹ ਰੀਓਪਨ ਹੋਣਾ, ਉਹਨਾਂ ਦੇ ਵਾਸਤੇ ਵੀਡੀਓ ਦਾ ਕੰਪਰੀਹੈਂਸਿਵ ਕੋਰਸ, ਠੀਕ ਹੈ। ਤੇ ਜਿਹੜੇ ਇੱਕ ਵਾਰੀ ਸਿਲੇਬਸ ਕਰ ਚੁੱਕੇ ਹੈ,
ਵੀਡੀਓ ਦਾ ਨਹੀਂ ਤਾਂ ETI ਪਟਵਾਰੀ ਦਾ ਇੱਕ ਵਾਰੀ ਸਿਲੇਬਸ ਕਰ ਚੁੱਕੇ ਹਾਂ, ਠੀਕ ਹੈ। ਉਹਨਾਂ ਦੇ ਲਈ ਇਹ ਰਿਵੀਜ਼ਨ ਪਲਾਨ ਹੈ, ਵੈਰੀ ਇੰਪੋਰਟੈਂਟ ਰਿਵੀਜ਼ਨ ਪਲਾਨ, ਬਿਕੋਜ਼ ਵਿਦਆਊਟ ਰਿਵੀਜ਼ਨ, ਵਿਦਆਊਟ MCQ ਪ੍ਰੈਕਟਿਸ, ਵਿਦਆਊਟ ਟੈਸਟ, ਫੁੱਲ ਮੌਕ ਟੈਸਟ ਪੇਪਰ ਨਹੀਂ ਹੋ ਸਕਦਾ। ਇਹ ਤੁਸੀਂ ਮੇਰੀ ਗੱਲ ਮੰਨ ਲਓ, ਠੀਕ ਹੈ। ਤਾਂ ਮੈਂ ਬਸ ਇਹੀ ਇਨਫੋਰਮੇਸ਼ਨ ਦੇਣ ਆਇਆ ਸੀ ਕਿ ਫॉर ऑल दोज ਇੰਟਰਸਟਿਡ ਪੀਪਲ who want to revise their syllabus for video examination, ਅਸੀਂ ਤੁਹਾਡੇ ਲਈ ਇਹ ਸੋਲੂਸ਼ਨ ਲੈ ਕੇ ਆਏ ਹਾਂ, ਠੀਕ ਹੈ। ਤਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਮਤਲਬ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਕੋਰਸ ਤੁਸੀਂ ਜੁਆਇਨ ਕਰੋ, ਠੀਕ ਹੈ, ਤੇ ਸਾਡੀ ਜਿਹੜੀ ਸਟ੍ਰੈਟਜੀ ਹੈਗੀ ਹੈ, ਪਲਾਨ ਹੈਗਾ, MCQs ਹੈਗੇ, ਉਹਨਾਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਜੇ ਤੁਸੀਂ, ਤਾਂ ਜ਼ਰੂਰ ਸਾਨੂੰ ਕੰਟੈਕਟ ਕਰੋ। ਇਫ ਐਨੀਵਨ ਵਾਂਟਸ ਟੂ ਬਾਈ ਦਿਸ ਕੋਰਸ ਤਾਂ ਪਲੀਜ਼ ਦਿੱਤੇ ਗਏ ਨੰਬਰ ਤੇ ਕਾਲ ਕਰੋ, ਥੱਲੇ ਸਾਡਾ ਨੰਬਰ ਦਿੱਤਾ ਹੋਇਆ ਹੈ, ਨਹੀਂ ਤਾਂ ਆਪਣੀ ਵੈਬਸਾਈਟ ਸਾਰਿਆਂ ਨੂੰ ਪਤਾ ਹੀ ਹੋਣਾ www.chetanbharat.com, ਠੀਕ ਹੈ। ਉਸ ਤੇ ਲੌਗਇਨ ਕਰਿਓ, ਇਹ ਤੁਹਾਨੂੰ ਕੋਰਸ ਉੱਥੇ ਮਿਲ ਜਾਣਾ, ਤੁਸੀਂ ਉੱਥੇ ਰਜਿਸਟਰ ਕਰ ਲਿਓ। ਰਜਿਸਟਰ ਕਰਨ ਲਈ ਮੈਂ ਦੁਬਾਰਾ ਦੱਸ ਰਿਹਾ, ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਸਾਡੇ ਨੰਬਰ ਤੇ, ਜਾਂ ਵੈਬਸਾਈਟ ਨੂੰ ਵਿਜ਼ਿਟ ਕਰੋ। ਬਾਕੀ ਨਾਇਬ ਤਹਿਸੀਲਦਾਰ ਵਾਲੇ ਜਿਹੜੇ ਸਟੂਡੈਂਟਸ ਆ, ਮੈਂ ਦੁਬਾਰਾ ਰਿਪੀਟ ਕਰ ਦੇਣਾ, ਤੁਹਾਡੇ ਲਈ ਮੈਂ ਪ੍ਰੋਪਰ ਸਟ੍ਰੈਟੇਜਿਕ ਪਲਾਨ ਲੈ ਕੇ ਆ ਰਿਹਾ ਕੱਲ ਨੂੰ, ਠੀਕ ਹੈ। ਚਲੋ ਬਈ, ਧੰਨਵਾਦ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।